ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ। ਤਵ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਅਰ ਮੇਰੀ। ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ ਤਿਸ ਵਿੱਚ ਨੌ ਨਿਧ ਨਾਮ ਏਕ ਭਰ ਲਹੈ ਗੁਣੀ ਗਹੀਰ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਚੌਥਾ ਪਹਿਰ ਸਬਾਹ ਕੇ ਸੁਰਤਿਆਂ ਉਪਜਿਆ ਚਾਓ। ਤਿਨਾ ਦਰਿਆਵਾਂ ਸਿਉ ਦੋਸਤੀ ਮਾਨ ਮੁਖ ਸੱਚਾ ਨਾਉ। ਉਥੈ ਅੰਮ੍ਰਿਤ ਵੰਡੀਆ ਕਰਮੀ ਹੋਏ ਪਸਾਉ। ਸਤੀ ਪੈਰੀ ਸਤ ਭਲਾ ਬਹੀਆ ਪੜਿਆ ਪਾਸ। ਉਥੈ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਇ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੁਖ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਸਿਫਤ ਖਸਮਦੀ ਨੂਰ ਅਰਸੋਂ ਪੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਜਿਨੇ ਚੱਲਣ ਜਾਣਿਆ ਸੇ ਕਿਉ ਕਰਹਿ ਬਿਥਾਰਾ। ਚੱਲਣ ਸਾਰ ਨ ਜਾਣਨੀ ਕਾਜ ਸਵਾਰਨ ਹਾਰ।
जिन्नी चलन जानिया से क्यों करह व्यथार। चलन सार ना जाननी काज सवारण हार। महला दूजा रात कारण तन संचिया भल के चलन होए। नानक नाल न चलई फिर पछतावा होए। महला दूजा बद्धा चट्टी जो परी ना गुण ना उपकार। सेती खुशी सवारिय नानक कारज सार। महला दूजा मन हठ तरफ न दे पाई जे बहुता काले। तरफ डिण सात पाओ दे जान नानक शब्द विचारे। पाओड़ी करता कारण जिन किया सो जान सोई। आपे श्रेष्ठ उपायन आपे फोन गोई। जुग चारे सब भाव थके किन की मत होई। सतगुर एक बेखालिया मान तान सुख होई। गुरमुख सदा सलाहिया करता करे सो होई। सतगुर एक बेखालिया मान तान सुख होई। गुरमुख सदा सलाहिया करता करे सो होई। वाहिगुरु जी का खालसा वाहिगुरु जी की फतेह। फेर वसाया फेरू आन सतगुर खाडूर। जप तप संजम नाल तुध होर मुच गुरूर। लभ विनाहे मानसा ज्यों पानी बूर। वरिया दरगाह गुरु की कुदरती नूर। दीन दयाल पातशाह धन धन सतगुरु श्री गुरु तेग बहादुर महाराज। धन धन सतगुरु श्री गुरु ग्रंथ साहिब जी महाराज तिन्हां दी पावन पवित्र मुबारक हजूरी विच प्रेम ਸਾਹਿਤ रोजाना दी तरह नमस्कार करके जन्म सफला रहे सतसंगी जनो। सतगुरु महाराज सच्चे पातशाह जी की पावन पवित्र रब्बी बाणी आसा की वार दे मुबारक कीर्तन सरवण कीते हन और अमृत वेले आए हुए पावन पवित्र श्री मुखवाक जी का पाठ सरवण कीता है। सतगुरु श्री गुरु अंगद देव जी महाराज तथा धन धन सतगुरु श्री गुरु अमरदास जी महाराज
ਤਿੰਨ ਸ਼ਲੋਕ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਬਚਨਾਂ ਵਿੱਚ ਮਹਾਰਾਜ ਜੀ ਨੇ ਰਹਿਮਤ ਕੀਤੀ। 4 ਸ਼ਲੋਕ ਔਰ ਪੌੜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਜੋ ਸਰਵਣ ਕੀਤੀ ਹੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਅੰਦਰ ਜਦੋਂ ਭਾਈ ਸੱਤਾ ਭਾਈ ਬਲਵੰਡ ਜੀ ਰਾਮਕਲੀ ਕੀ ਵਾਰ ਦੇ ਅੰਦਰ ਰਹਿਮਤ ਕਰਦੇ ਹਨ, ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਉਪਮਾ ਦੇ ਅੰਦਰ ਬਚਨ ਗਾਇਨ ਕਰਦੇ ਹਨ ਕਿ ਹੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਆਪ ਜੀ ਰਹਿਮਤਾਂ ਦੇ ਘਰ ਦੇ ਅੰਦਰ ਜਦੋਂ ਆਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀਆਂ ਨੇ ਰਹਿਮਤ ਕੀਤੀ। ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਣ ਕਰਕੇ ਖਡੂਰ ਸਾਹਿਬ ਪਾਵਨ ਪਵਿੱਤਰ ਨਗਰ ਦੀ ਸਥਾਪਨਾ ਮਹਾਰਾਜ ਜੀਆਂ ਨੇ ਕੀਤੀ। ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਤਿਨਾਂ ਦੇ ਪਿਤਾ ਜੀ ਦਾ ਨਾਮ ਪਾਵਨ ਪਵਿੱਤਰ ਬਾਣੀ ਅੰਦਰ ਅੰਕਿਤ ਕੀਤਾ। ਜਦੋਂ ਦਰਸ਼ਨ ਕਰਨੇ ਹਾਂ ਪਾਵਨ ਪਵਿੱਤਰ ਵਾਰ ਦਾ, ਸਮੁੱਚੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਧੰਨ ਸ੍ਰੀ ਗੁਰੂ ਅੰਗਦ ਦੇਵ ਜੀਆਂ ਦੇ ਮਹਿਲ ਸਤਿਕਾਰਯੋਗ ਮਾਤਾ ਖੀਵੀ ਜੀ ਦਾ ਵੀ ਨਾਮ ਅੰਕਿਤ ਹੈ, ਜੋ ਇੱਕ ਸਿੱਖ ਇਸਤਰੀ, ਇੱਕੋ ਇੱਕ ਸਿੱਖ ਇਸਤਰੀ ਜਿਨ੍ਹਾਂ ਦਾ ਨਾਮ ਪਾਵਨ ਪਵਿੱਤਰ ਬਾਣੀ ਅੰਦਰ ਅੰਕਿਤ ਹੈ, ਉਹ ਨੇ ਸਤਿਕਾਰਯੋਗ ਮਾਤਾ ਖੀਵੀ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਮਹਿਲ। ਕਿ ਕਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੋਏ ਉਠਾਲੀ, ਧਰਤੀ ਦਾ ਭਾਰ ਕਿਸ ਪ੍ਰਕਾਰ ਉਠਾਇਆ ਹੋਇਆ ਹੈ। ਔਰ ਮਾਤਾ ਖੀਵੀ ਜੀਆਂ ਨੇ ਵੀ ਅੰਤਕ ਜੋ ਘਾਲਣਾ ਘਾਲੀ ਲੰਗਰਾਂ ਦੇ ਅੰਦਰ, ਸੇਵਾਵਾਂ ਦੇ ਅੰਦਰ, ਸ਼ਬਦ ਗੁਰੂ ਕਾ ਲੰਗਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਚਲਾਇਆ। ਔਰ ਪੇਟ ਭਰਨ ਵਾਸਤੇ ਲੰਗਰ ਦੀ ਸੇਵਾ ਸਤਿਕਾਰਯੋਗ ਮਾਤਾ ਖੀਵੀ ਜੀ ਨੇ ਕੀਤੀ। ਐਸੇ ਦੀਨ ਦਿਆਲ ਪਾਤਸ਼ਾਹ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਜਪ ਤਪ ਸੰਜਮ ਨਾਲ ਤੁਧ ਹੁਰ ਮੁੱਚ ਗੁਰੂਰ। ਲੱਭ ਵਿਨਾਹੀ ਮਾਨਸਾ ਜਿਉ ਪਾਣੀ ਬੂਰ। ਵਰੀਐ ਦਰਗਾ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹੱਥ ਨਾ ਲੱਭਈ ਤੂੰ ਓਠ ਰੂਰ। ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਨੇੜਾ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੀ ਤਾਂ ਦਿਵ ਦ੍ਰਿਸ਼ਟੀ ਦੂਰ ਤੱਕ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਰ ਤੱਕ ਆਪ ਜੀਆਂ ਦੀ ਨਜ਼ਰ ਹੈ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਸਰਵਣ ਕੀਤੇ ਹਨ। ਆਪ ਜੀਆਂ ਨੂੰ ਗਿਆਤ ਹੀ ਹੋਵੇਗਾ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਬਾਣੀ ਅੰਦਰ ਸ਼ਬਦ ਨਹੀਂ ਹਨ, ਸ਼ਲੋਕ ਹਨ। ਆਸਾ ਦੀ ਵਾਰ ਵਿੱਚ ਵੀ ਆਪਾਂ ਨੇ ਸਰਵਣ ਕੀਤੇ ਹਨ। ਪਾਵਨ ਪਵਿੱਤਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸ਼ਲੋਕਾਂ ਦੇ ਨਾਲ, ਔਰ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਵਿੱਚ ਵੀ ਪਾਵਨ ਇਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਹੀ ਸ਼ਲੋਕ ਹਨ, ਜੋ ਰਹਿਮਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮੁਬਾਰਕ ਸ਼ਬਦ ਦੇ ਅੰਦਰ ਕੀਤੀ ਹੈ। ਸ਼ਲੋਕਾਂ ਦੇ ਅੰਦਰ 4 ਸ਼ਲੋਕਾਂ ਅੰਦਰ, ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮੁਬਾਰਕ ਉਚਾਰਨ ਕੀਤੀ ਹੋਈ ਪੌੜੀ ਦੇ ਅੰਦਰ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀਓ ਕੀ ਮਿੱਠੀ ਅਸੀਸ ਲੈਣ ਵਾਸਤੇ ਗੁਰੂ ਕੀ ਗੋਦ ਵਿੱਚ ਆਣ ਕੇ ਉਪਸਥਿਤ ਹੋਏ ਹਾਂ। ਪਾਵਨ ਪਵਿੱਤਰ ਮੁਬਾਰਕ ਸ਼ਬਦ ਦਾ ਜੋ ਮੁਬਾਰਕ ਸਿਧਾਂਤ ਹੈ, ਜੋ ਮਹਾਰਾਜ ਜੀਆਂ ਨੇ ਪਾਵਨ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕੀਤਾ, ਮੇਰੀ ਤੁਹਾਡੀ ਝੋਲੀ ਵਿੱਚ ਜੋ ਬਚਨ ਪਾਇਆ ਹੈ, ਆਰੰਭਤਾ ਮਹਾਰਾਜ ਜੀਆਂ ਨੇ ਕੀਤੀ ਸੰਸਾਰ ਦੇ ਖਲਾਰੇ ਤੋਂ ਕਿ ਹੇ ਭਾਈ, ਇੰਨਾ ਖਲਾਰਾ ਪਾਇਆ ਹੈ, ਜਾਣਾ ਨਹੀਂ। ਜਿਉਂ ਕਹਿ ਲਿਆ ਜਾਏ ਵੀ ਜਿੰਨਾ ਕੁ ਤੂੰ ਪਸਾਰਾ ਪਾਇਆ ਹੈ ਬਈ ਜਾਣਾ ਨਹੀਂ ਸੱਜਣਾ।
ਮਹਾਰਾਜ ਕਹਿੰਦੇ ਖਲਾਰਾ ਪਾਉਂਦੇ ਉਹ ਹੀ ਨੇ ਜਿਨ੍ਹਾਂ ਨੇ ਜਾਣ ਲਿਆ ਵੀ ਮੈਂ ਜਾਣਾ ਹੀ ਨਹੀਂ। ਇਸ ਪਾਵਨ ਮੁਬਾਰਕ ਬਚਨ ਤੇ ਦੂਸਰੇ ਵੀ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਮਹਾਰਾਜ ਜੀਆਂ ਨੇ ਇਸੇ ਹੀ ਸਿਧਾਂਤ ਤੇ ਬਖਸ਼ਿਸ਼ ਕੀਤੀ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਪਰਿਪੂਰਨ ਪਰਮਾਤਮਾ ਜੀਆਂ ਦੀ ਉਪਮਾ ਕਰਦਿਆਂ ਕਿ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਆਪ ਹੀ ਵੇਖਣ ਵਾਲਾ ਹੈ ਔਰ ਆਪ ਹੀ ਫਿਰ ਫੁਨ ਗੋਈ, ਆਪ ਹੀ ਉਹ ਨਾਸ਼ ਕਰਨ ਵਾਲਾ ਹੈ। ਉਸ ਪਰਿਪੂਰਨ ਪਰਮਾਤਮਾ ਜੀ ਨੂੰ ਸਲਾਹੁਣਾ ਬਣੀਏ ਜਿਨੇ ਆ ਸਾਰੀ ਸ੍ਰਿਸ਼ਟੀ ਸਾਜੀ ਤੇ ਸਾਰੇ ਦੀ ਉਸ ਪਰਿਪੂਰਨ ਪਰਮਾਤਮਾ ਜੀਆਂ ਨੇ ਸੰਭਾਲ ਕੀਤੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਪੌੜੀ ਅੰਦਰ ਰਹਿਮਤ ਕੀਤੀ ਹੈ। ਸੋ ਆਓ ਸਾਧ ਸੰਗਤ ਜੀ, ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਅਸੀਸ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਅਸੀਸ ਦੇ ਨਾਲ ਮੁਬਾਰਕ ਬਚਨ ਦੀ ਆਪਾਂ ਵਿਆਖਿਆ ਪ੍ਰਾਰੰਭ ਕਰੀਏ। ਕੋਈ ਭਿਰਸ ਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਕਰਹਿ ਬਿਥਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਮੁਬਾਰਕ ਸੂਹੀ ਕੀ ਵਾਰ ਦੇ ਅੰਦਰ ਰਹਿਮਤ ਕੀਤੀ ਕਿ ਹੇ ਭਾਈ, ਜਿਨੀ ਚੱਲਣ ਜਾਣਿਆ, ਜਿਨ੍ਹਾਂ ਨੇ ਸੰਸਾਰ ਤੋਂ ਚੱਲਣਾ ਜਾਣਿਆ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਮੰਨਦੇ ਹਾਂ ਬਈ ਇਹ ਇੱਕ ਵਿਆਪਕ ਸਚਾਈ ਹੈ, ਬਈ ਜਾਣਾ ਹੈ। ਕੋਈ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਵੇਗਾ ਵੀ ਮੌਤ ਨਹੀਂ ਆਵੇਗੀ। ਇਹ ਤਾਂ ਜਿਵੇਂ ਚਿੱਟੇ ਚਾਨਣ ਵਰਗਾ, ਦਿਨ ਵਰਗਾ ਸੱਚ ਹੋਵੇ, ਇਹ ਤਾਂ ਗੱਲ ਹੈ। ਕਿਉਂਕਿ ਕਿਤਨੇ ਮਹਾਰਾਜ ਜੀ ਪਹਿਲਾਂ ਬਖਸ਼ਿਸ਼ ਕਰਦੇ ਹਨ, ਸੰਗ ਚਲਤ ਹੈ ਹੰਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਨਾਲ ਦੇ ਚਲੇ ਗਏ। ਪਰ ਜਿੰਨਾ ਸੌਖਾ ਹੈ ਰਸਨਾ ਤੋਂ ਇਹ ਗੱਲ ਕਹਿ ਲੈਣੀ ਵੀ ਜਾਣਾ ਹੈ, ਮਹਾਰਾਜ ਕਹਿੰਦੇ ਓਨਾ ਹੀ ਔਖਾ ਹੈ ਇਸ ਗੱਲ ਨੂੰ ਮੰਨ ਲੈਣਾ ਵੀ ਜਾਣਾ ਹੈ। ਜਿਨੀ ਚੱਲਣ ਜਾਣਿਆ, ਜਿਨ੍ਹਾਂ ਨੇ ਚੱਲਣਾ ਜਾਣ ਲਿਆ ਇਸ ਗੱਲ ਨੂੰ ਵੀ ਜਾਣਾ ਹੈ, ਸੇ ਕਿਉਂ ਕਰੈ ਵਿਥਾਰ। ਵਿਥਾਰ ਕਹੀਏ ਖਲਾਰੇ ਨੂੰ। ਸੇ ਉਹ ਲੋਕ ਕਿਉਂ ਕਰਦੇ ਹਨ ਵਿਥਾਰ ਕਹੀਏ ਖਲਾਰੇ ਨੂੰ। ਬਾਬਾ ਕਬੀਰ ਸਾਹਿਬ ਤੇ ਬਾਬਾ ਫਰੀਦ ਸਾਹਿਬ ਉਹ ਮਹਾਂਪੁਰਸ਼ ਜਿਨ੍ਹਾਂ ਨੇ ਰੱਬ ਦੇ ਨਾਲ ਸਿੱਧੀਆਂ ਬਾਤਾਂ ਕੀਤੀਆਂ, ਇੱਕ ਮਿਕਤਾ ਹਾਸਲ ਕੀਤੀ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਇਉਂ ਬਾਤਾਂ ਕੀਤੀਆਂ ਜਿਵੇਂ ਸਾਹਮਣੇ ਬੈਠ ਕੇ ਦੋਵੇਂ ਦੋਸਤ ਕਰਦੇ ਹੋਣ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਮਹਾਂਪੁਰਸ਼ਾਂ ਦੇ ਬੋਲ ਪਾਵਨ ਪਵਿੱਤਰ ਬਾਣੀ ਵਿੱਚ ਅੰਕਿਤ ਕੀਤੇ। ਵੀਰ ਕੋਠੇ ਮੰਡਪ ਮਾੜੀਆਂ ਕਾਹੇ ਮਰੋ ਪਸਾਰ, ਕਾਰਜ 3.5 ਹੱਥ ਘਣੀ ਤਾਂ 4.25। ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ। ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ ਕੋਈ ਨਾ ਹੋਸੀ ਮਿੱਤ। ਬਾਬਾ ਫਰੀਦ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬੋਲ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ ਜਿੱਥਾ ਹੀ ਪਵੰਜਨਾ, ਸਾਈ ਜਾਏ ਸੰਭਾਲ। ਇਹ ਪਾਵਨ ਪਵਿੱਤਰ ਮੁਬਾਰਕ ਸ਼ਲੋਕਾਂ ਦੇ ਜਦੋਂ ਦਰਸ਼ਨ ਕਰੀਏ ਰੱਬੀ ਬਾਣੀ ਦੇ ਵਿੱਚੋਂ, ਗੁਰ ਕਿਆ ਕਹੈ ਕਰੈ ਹਮ ਕਹਾਂ, ਕਵੀ ਸੰਤੋਖ ਸਿੰਘ। ਗੁਰ ਕਿਆ ਕਹੈ ਕਰੈ ਹਮ ਕਹਾ, ਗੁਰੂ ਕੀ ਕਹਿ ਰਹੇ ਨੇ, ਅਸੀਂ ਕੀ ਕਰ ਰਹੇ ਹਾਂ। ਵਾਰ ਵਾਰ ਮਨ ਮੋਰੋ ਮਾ, ਵਾਰ ਵਾਰ ਆਪਣੇ ਮਨ ਦੇ ਅੰਦਰ ਇਸ ਗੱਲ ਦਾ ਦ੍ਰਿੜਤਾ ਨਾਲ ਅਧਿਐਨ ਕਰਨਾ ਵੀ ਬਾਣੀ ਕੀ ਕਹਿ ਰਹੀ ਹੈ, ਮੈਂ ਕੀ ਕਰ ਰਿਹਾ ਹਾਂ।
ਮਹਾਰਾਜੀਆਂ ਨੇ ਰੱਬੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਜਦੋਂ ਦਰਸ਼ਨ ਦਿਦਾਰ ਕਰੀਏ ਇਸ ਪ੍ਰਕਰਨ ਤੇ ਜੋ ਮਹਾਰਾਜੀਆਂ ਨੇ ਹੁਣ ਅੱਜ ਦੀ ਪਾਵਨ ਸ਼ਲੋਕ ਦੇ ਅੰਦਰ ਰਹਿਮਤ ਕੀਤੀ ਵੀ ਜਿਨ੍ਹਾਂ ਨੇ ਚੱਲਣਾ ਜਾਣ ਲਿਆ ਹੈ ਸੇ ਕਿਉਂ ਕਰੈ ਵਥਾਰ, ਉਹ ਖਲਾਰਾ ਨਹੀਂ ਪਾਉਂਦੇ। ਭਗਤ ਨਾਮਦੇਵ ਸਾਹਿਬ ਜੀ ਦਾ ਬਚਨ, ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ। ਦੱਸੋ ਭਾਈ ਵੀ ਮਾਰ ਕੰਡੇ ਰਿਸ਼ੀ ਨਾਲੋਂ ਕਿਸੇ ਦੀ ਵੱਧ ਉਮਰ ਹੋ ਸਕਦੀ ਹੈ? ਮੰਨਿਆ ਗਿਆ ਵੀ ਸਭ ਤੋਂ ਵੱਧ ਆਰਬਲਾ ਉਹਨਾਂ ਦੀ। ਜਿਨ ਤ੍ਰੇਨ ਧਰ ਮੂੰਡ ਬੁਲਾਏ, ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਇਸੇ ਤਰ੍ਹਾਂ ਆਰਬਲਾ ਬਤੀਤ ਕਰ ਦਿੱਤੀ। ਸੱਜਣਾ ਤੇਰੀ ਤਾਂ ਹੈ ਹੀ ਕਿੰਨੀ ਕੁ, ਤੇਰੀ ਤਾਂ ਆਰਬਲਾ ਹੀ ਕੋਈ ਆਈ ਕੋਈ 50 60 ਸਾਲ 70 ਸਾਲ ਜਿੰਨੀ ਜਿੰਨੀ ਹੈ ਕਿਸੇ ਦੀ। ਵੈਸੇ ਹੁਣ ਹਿੰਦੁਸਤਾਨ ਦੇ ਅੰਦਰ ਜਿਹੜੀ ਔਸਤਨ ਉਮਰ ਮੰਨੀ ਗਈ 60 ਸਾਲ ਦੀ ਮੰਨੀ ਗਈ ਔਸਤਨ। ਤੇ ਰਹਿਮਤ ਕੀਤੀ ਮਹਾਰਾਜੀਆਂ ਨੇ। ਫਿਰ ਕਹਿੰਦੇ ਭਾਈ ਕਾਹਦੇ ਲਈ ਇੰਨਾ ਕੁ ਖਲਾਰਾ ਪਾਇਆ ਹੈ, ਜਾਣਾ ਨਹੀਂ? ਸੇ ਕਿਉਂ ਕਰੈ ਵਿਥਾਰ, ਹੇ ਭਾਈਓ ਕਾਹਦੇ ਲਈ ਖਲਾਰਾ ਖਲਾਰਦੇ ਹਨ? ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨ ਹਾਰ। ਇਹ ਭਾਈ ਜਿਨ੍ਹਾਂ ਨੇ ਨਾ ਜਾਣਾ ਸੋਚਿਆ ਹੋਵੇ ਵੀ ਮੈਂ ਜਾਣਾ ਹੀ ਨਹੀਂ, ਉਹੋ ਹੀ ਇਸ ਕੰਮ ਦੇ ਮਗਰ ਲੱਗਦੇ ਹਨ। ਇਸ ਤੋਂ ਪਹਿਲਾਂ ਕਿ ਪਾਵਨ ਪਵਿੱਤਰ ਬਾਣੀ ਦੇ ਹੋਰ ਜੋ ਪ੍ਰਮਾਣ ਹਨ ਉਹਨਾਂ ਦੇ ਦਰਸ਼ਨ ਕਰੀਏ, ਇੱਕ ਬੜੀ ਪ੍ਰਚਲਿਤ ਕਹਾਣੀ ਰੂਪ ਹੈ ਸਮਝਣ ਵਾਸਤੇ, ਸਾਖੀ ਰੂਪ ਕਹਿ ਲਈਏ। ਕਿਸੇ ਇੱਕ ਨਗਰੀ ਦੇ ਅੰਦਰ ਕੋਈ ਮਹਾਂਪੁਰਸ਼ ਦਾ ਵਾਸਾ ਸੀ। ਲੋਕ ਆਣ ਕਰਕੇ ਜਦੋਂ ਵੀ ਕਿਸੇ ਨੇ ਕੋਲੋਂ ਲੰਘਣਾ ਉਹਨੂੰ ਨਮਸਕਾਰ ਕਰਕੇ ਲੰਘਣਾ। ਉਹਨੇ ਆਪਣੇ ਰੰਗ ਦੇ ਅੰਦਰ ਬੈਠੇ ਹੋਣਾ। ਕੋਲੋਂ ਹੀ ਇੱਕ ਨੌਜਵਾਨ ਨੇ ਲੰਘਣਾ ਤੇ ਲੰਘਦਿਆਂ ਹੋਇਆਂ ਹਮੇਸ਼ਾ ਠੱਠਾ ਮਖੌਲ ਜਿਹਾ ਕਰਕੇ ਲੰਘਣਾ ਕੋਲੋਂ, ਕਿਉਂਕਿ ਉਮਰ ਐਸੀ ਹੁੰਦੀ ਹੈ ਨਾ। ਕੀ ਕਰਦੇ ਹੋ ਗੁਰੂ ਘਰ ਦੇ ਅੰਦਰ, ਕੀ ਕਰਦੇ ਹੋ ਸੇਵਾ ਵਿੱਚੋਂ, ਕੀ ਲੱਭਦਾ ਹੈ ਸੇਵਾ ਵਿੱਚੋਂ। ਜਦੋਂ ਵੀ ਉਹਨੇ ਲੰਘਣਾ ਇਸ ਪ੍ਰਕਾਰ ਦੇ ਉਹਦੇ ਕੋਈ ਸਵਾਲ ਹੋਣੇ। ਇੱਕ ਦਿਨ ਮਨ ਦੇ ਅੰਦਰ ਸੋਚਣ ਲੱਗਾ ਵੀ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ, ਇਹਦੇ ਕੋਲ ਮਨਾ ਤੂੰ ਵੀ ਜਾ, ਚੰਦ ਘੜੀਆਂ ਇਹਦੇ ਕੋਲ ਵੀ ਬੈਠ। ਉਹਦੇ ਕੋਲ ਗਿਆ ਤੇ ਇੱਕੋ ਨੇ ਸਵਾਲ ਪੁੱਛਿਆ, ਬਾਬਾ ਮੈਨੂੰ ਦੱਸ ਆ ਤੂੰ ਬੈਠ ਕੇ ਨਾਮ ਕਿਵੇਂ ਸਿਮਰ ਲੈਣਾ ਹੈ, ਨਾਮ ਕਿਵੇਂ ਜਪ ਲੈਣਾ ਹੈ? ਮੇਰੇ ਕੋਲੋਂ ਤਾਂ ਜਪਿਆ ਨਹੀਂ ਜਾਂਦਾ, ਮੈਂ ਬੈਠਣ ਦੀ ਵੀ ਕੋਸ਼ਿਸ਼ ਕਰਾਂ ਬੈਠਾ ਨਹੀਂ ਜਾਂਦਾ। ਕੰਮ ਚੇਤੇ ਆਉਂਦੇ ਹਨ, ਮਨ ਦੇ ਫੁਰਨੇ ਬਹਿਣ ਨਹੀਂ ਦਿੰਦੇ ਇੱਕ ਥਾਂ ਕਿਤੇ ਟੇਕੇ। ਉਹ ਹੁਣ ਜਿਹਨੇ ਆਪਣਾ ਜੀਵਨ ਸਾਧਿਆ ਹੋਇਆ ਸੀ, ਉਸ ਸਾਧ ਰੂਪ ਨੇ ਵੇਖ ਕੇ ਨਾ ਉਹਦੇ ਵੱਲ, ਉਹਦੇ ਅੰਦਰ ਨੂੰ ਵੇਖ ਕੇ, ਉਹਦੇ ਅੰਦਰ ਨੂੰ ਪੜ੍ਹ ਕੇ ਤੇ ਸਾਧੂ ਧਰਮਾਤਮਾ ਲੱਗੇ ਕਹਿਣ, ਵੇਖੋ ਬੱਚਾ, ਇਹ ਜਿਹੜਾ ਸਵਾਲ ਤੂੰ ਮੈਨੂੰ ਕੀਤਾ ਹੈ, ਇਹ ਸਵਾਲ ਤੂੰ ਛੱਡ। ਮੈਂ ਤੇਰੇ ਮੱਥੇ ਦੀਆਂ ਰੇਖਾਵਾਂ ਪੜੀਆਂ ਨੇ, ਜਾਪਦਾ ਹੈ ਵੀ ਤੂੰ ਵੱਧ ਤੋਂ ਵੱਧ 1 ਮਹੀਨਾ ਕੱਟੇਗਾ ਸੰਸਾਰ ਤੇ, ਤੂੰ ਵੱਧ ਨਹੀਂ ਕੱਟਦਾ। ਤੇਰੀ ਉਮਰ ਇੰਨੀ ਕੁ ਲਿਖੀ ਹੈ, ਮੌਤ ਤੇਰੀ ਪੱਕੀ ਹੈ। ਨੌਜਵਾਨ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਅਵਲ ਤਾਂ ਬਾਬਾ ਬੋਲਦਾ ਘੱਟ ਹੈ, ਬੋਲਦਾ ਨਹੀਂ। ਜੇ ਬੋਲਦਾ ਹੈ ਵਾਕ ਸਿੱਧੀ ਇਹਦੇ ਕੋਲ ਹੈ, ਇਹਦੇ ਬੋਲੇ ਵਾਕ ਕਦੇ ਖਾਲੀ ਵੀ ਨਹੀਂ ਜਾਂਦੇ। ਇਹ ਵੀ ਪਤਾ ਹੈ ਉਸ ਬੱਚੇ ਨੂੰ। ਬੜਾ ਮਨ ਦੇ ਅੰਦਰ ਸੋਚਣ ਲੱਗਾ, ਬਾਬਾ ਮੈਂ ਪੁੱਛਿਆ ਤੈਨੂੰ ਕੀ ਉੱਤਰ, ਮੈਨੂੰ ਕੀ ਮਿਲਿਆ? ਤੂੰ ਮੇਰੀ ਉਮਰ ਦੱਸ ਦਿੱਤੀ, 1 ਮਹੀਨਾ ਰਹਿ ਗਿਆ ਮੇਰੇ ਕੋਲ। ਕਹਿੰਦਾ ਹਾਂ, ਜਿਹੜੇ ਕੋਈ ਕੰਮਕਾਰ ਨੇ ਨਾ ਤੂੰ ਉਹਨਾਂ ਨੂੰ ਨਿਬੇੜ ਲੈ ਹੁਣ ਲੱਗੇ ਹੱਥ। ਜਿੰਨੇ ਕੋ ਵੀ ਕੰਮਕਾਰ ਨਿਬੜਦੇ ਨੇ ਨਾ, ਜਿੰਨਾ ਵੀ ਤੂੰ ਖਲਾਰਾ ਪਾਇਆ ਹੋਇਆ ਹੈ, ਇਹਨਾਂ ਨੂੰ ਕੰਮਾਕਾਰਾਂ ਨੂੰ ਸੰਕੋਚ ਲੈ। ਤੇਰੇ ਕੋਲ ਵੱਧ ਤੋਂ ਵੱਧ 1 ਮਹੀਨਾ ਹੈ। ਕੁਦਰਤੀ ਗੱਲ, ਕੋਈ ਬੰਦਾ ਕਹਿ ਦਵੇ ਵੀ ਫਲਾਣਿਆ ਵੀ ਇੰਨੇ ਕੁ ਦਿਨਾਂ ਨੂੰ ਤੂੰ ਸੰਸਾਰ ਤੋਂ ਤੁਰਨਾ ਹੈ, ਬੰਦਾ ਕਿਹੜੇ ਕਿਹੜੇ ਕੰਮ ਸੰਕੋਚੇਗਾ। ਮਨ ਦੇ ਅੰਦਰ ਹੁਣ ਸੋਚਣ ਲੱਗਾ
ਵੀ ਮਣਾ ਮੈਂ ਇੰਨੀ ਮਹਿਲ ਮਾੜੀਆਂ ਬਣਾਈਆਂ, ਇੰਨੀ ਮੈਂ ਭੋਏ ਜਾਇਦਾਦ ਬਣਾਈ, ਮੈਂ ਇੰਨਾ ਕੁਝ ਖੱਟਿਆ ਕਮਾਇਆ, ਵੀ ਇਹ ਸਾਰਾ ਕੁਝ ਬਗਾਨਾ ਹੋਵੇਗਾ। ਘਰ ਦੇ ਅੰਦਰ ਆਇਆ, ਘਰ ਦੇ ਅੰਦਰ ਆਣ ਕਰਕੇ ਜਿਹੜਾ ਮਨੁੱਖ ਜਾਂ ਜਿਹੜਾ ਬੰਦਾ ਗਲੀ ਮੁਹੱਲੇ ਲੰਘਦਿਆਂ ਹਰ ਇੱਕ ਨੂੰ ਮਖੌਲ ਜਿਹਾ ਕਰਕੇ ਲੰਘਣਾ ਅੱਜ ਚੁੱਪ ਕਰ ਗਿਆ। ਆਪਣੇ ਘਰ ਗਿਆ, ਆਪਣੇ ਘਰ ਦੇ ਅੰਦਰ ਜਾ ਕਰਕੇ ਇੱਕ ਨੁਕਰੇ ਬੈਠ ਗਿਆ। ਕੋਲੋਂ ਬੱਚਿਆਂ ਨੇ ਬੁਲਾਉਣ ਦਾ ਯਤਨ ਕੀਤਾ, ਕੋਲ ਆਏ, ਅੱਜ ਉਹ ਵੀ ਚੰਗੇ ਨਾ ਲੱਗੇ, ਅੱਜ ਉਹ ਵੀ ਓਪਰੇ ਲੱਗੇ ਵੀ ਇਹਨਾਂ ਨੂੰ ਵੀ ਮੈਂ ਛੱਡ ਕੇ ਜਾਣਾ, ਦੱਸੇ ਕੁਝ ਹੈ ਨਾ। ਇੱਕ ਦਿਨ ਲੰਘਿਆ, 2 ਦਿਨ ਲੰਘਿਆ, ਕਰਦਿਆਂ ਕਰਦਿਆਂ ਹੌਲੀ ਹੌਲੀ ਅੱਜ ਇਹਦੇ ਕੋਲੋਂ ਦਿਨ ਘਟਣ ਲੱਗੇ। ਹਫ਼ਤਾ ਲੰਘ ਗਿਆ। ਜਦੋਂ ਅਖੀਰ ਵਾਲਾ ਹਫ਼ਤਾ, 3 ਹਫ਼ਤੇ ਲੰਘ ਗਏ, ਅਖੀਰ ਵਾਲਾ ਹਫ਼ਤਾ ਆਰੰਭ ਹੋਇਆ। ਹੁਣ ਤਾਂ ਇਹਨੇ ਅੰਦਰੋਂ ਕੁੰਡਾ ਹੀ ਮਾਰ ਲਿਆ, ਘਰਦਿਆਂ ਨੂੰ ਦੱਸ ਦਿੱਤਾ ਵੀ ਵੱਧ ਤੋਂ ਵੱਧ ਮੇਰੇ ਕੋਲ ਇੰਨਾ ਕੁ ਸਮਾਂ ਹੈ। ਮਨ ਦੇ ਅੰਦਰ ਸੋਚਣ ਲੱਗਾ ਵੀ ਮੈਂ ਸਾਰੀ ਉਮਰ ਤਾਂ ਚਲੋ ਕੁਝ ਕੀਤਾ ਨਹੀਂ, ਵੀ ਜਾਣ ਲੱਗਿਆ ਘੱਟੋ ਘੱਟ ਹੋਣੀ ਨਾਮ ਸਿਮਰ ਲਵਾਂ। ਜਿਸ ਕਾਰਜ ਵਾਸਤੇ ਸੰਸਾਰ ਵਿੱਚ ਆਇਆ ਹੋਣੀ ਨਾਮ ਮੈਂ ਜਪ ਲਵਾਂ। ਅੱਜ ਉਹ ਵੀ ਘੜੀ ਆ ਗਈ, ਜਿਹੜੀ ਘੜੀ ਸਾਧੂ ਧਰਮਾਤਮਾ ਨੇ ਦੱਸੀ ਵੀ ਆ ਤੇਰੇ ਕੋਲ ਇੰਨਾ ਕੁ ਸਮਾਂ ਬਾਕੀ ਹੈ। ਬੈਠਾ ਘਰ ਦੇ ਅੰਦਰ ਸ਼ਾਂਤ ਚਿੱਤ ਹੋ ਕੇ, ਜਿਹੜੀ ਘੜੀ ਉਹਨੇ ਦੱਸੀ ਉਹ ਘੜੀ ਲੰਘ ਗਈ, ਮੌਤ ਆਈ ਨਾ। 1 ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ, ਫਿਰ ਉੱਠਿਆ, ਉੱਠ ਕੇ ਉਸੇ ਸਾਧੂ ਦੇ ਕੋਲ ਫਿਰ ਗਿਆ। ਜਾ ਕੇ ਕਹਿਣ ਲੱਗਾ, ਬਾਬਾ ਤੁਸਾਂ ਮੈਨੂੰ ਕਿਹਾ ਸੀ ਵੀ ਤੇਰੀ 1 ਮਹੀਨੇ ਦੇ ਅੰਦਰ ਮੌਤ ਤਾਂ ਆਈ ਨਹੀਂ, ਮੇਰੀ ਮੌਤ ਤਾਂ ਆਈ ਨਹੀਂ ਮੈਨੂੰ। ਉਸ ਸਾਧੂ ਨੇ ਕਿਹਾ, ਜਿਹੜਾ ਤੂੰ ਮੈਨੂੰ ਪ੍ਰਸ਼ਨ ਪੁੱਛਿਆ ਸੀ ਉਹਦਾ ਉੱਤਰ ਤੈਨੂੰ ਮਿਲ ਗਿਆ ਹੋਵੇਗਾ। ਕਹਿੰਦੇ ਕਿਹੜਾ ਪ੍ਰਸ਼ਨ? ਕਹਿੰਦੇ ਤੂੰ ਪੁੱਛਿਆ ਸੀ ਵੀ ਨਾਮ ਕਿਸ ਤਰ੍ਹਾਂ ਜਪ ਲੈਂਦੇ ਹੋ, ਨਾਮ ਕਿਵੇਂ ਜਪਿਆ ਜਾਏ, ਨਾਮ ਜਪਣ ਦਾ ਤਰੀਕਾ ਕੀ ਹੈ, ਤੈਨੂੰ ਤੇਰਾ ਉੱਤਰ ਮਿਲ ਗਿਆ ਹੋਵੇਗਾ। ਕਹਿੰਦੇ ਕਿਵੇਂ ਉੱਤਰ ਮਿਲਿਆ? ਕਹਿੰਦੇ ਮੈਨੂੰ ਇਹ ਗੱਲ ਦੱਸ, ਇਹ ਵਾਲਾ ਮਹੀਨਾ ਤੇ ਬਾਕੀ ਵਾਲੀ ਉਮਰ ਵਿੱਚ ਕੋਈ ਫਰਕ ਲੱਗਾ? ਇਹ ਵਾਲਾ 1 ਮਹੀਨਾ 30 ਦਿਨ ਜਦੋਂ ਤਾਂ ਤੂੰ ਮੇਰੇ ਕੋਲ ਆਇਆ ਸੈਂ, ਉਹ ਵਾਲਾ 1 ਮਹੀਨਾ ਤੇ ਬਾਕੀ ਉਮਰ ਦੇ ਵਿੱਚ ਕੋਈ ਫਰਕ ਲੱਗਾ? ਕਹਿੰਦੇ ਬਾਬਾ ਤੂੰ ਫਰਕ ਦੀ ਗੱਲ ਕਰਦਾ ਹੈ, ਇਹ ਸਾਰਾ ਮਹੀਨਾ ਤਾਂ ਮੈਂ ਨਾਮ ਸਿਮਰਨ ਦੇ ਅੰਦਰ ਪ੍ਰਮਾਤਮਾ ਨੂੰ ਯਾਦ ਕਰਦਾ ਹੋਇਆ, ਕਿਸੇ ਨਾਲ ਵੀ ਮੈਂ ਕੋਈ ਨਹੀਂ ਲੜਿਆ, ਮੈਂ ਕੋਈ ਹਉਮੈ ਭਰੇ ਬੋਲ ਨਹੀਂ ਕਹੇ, ਕੋਈ ਕਿਸੇ ਨੂੰ ਕਟੂ ਬੋਲ ਨਹੀਂ ਕਹੇ, ਕੜਵੇ ਬਚਨ ਨਹੀਂ ਮੈਂ ਕਿਸੇ ਨੂੰ ਵੀ ਕੀਤੇ, ਮੈਂ ਸਾਰਾ ਮਹੀਨਾ ਸਿਮਰਨ ਦੇ ਅੰਦਰ ਲੰਘਾਇਆ। ਤੇ ਸਾਧੂ ਧਰਮਾਤਮਾ ਨੇ ਇਹੋ ਉੱਤਰ ਅੱਗੋਂ ਦਿੱਤਾ। ਕਹਿਣ ਲੱਗਾ ਤੇਰਾ 1 ਮਹੀਨਾ ਤੇ ਮੇਰੀ ਸਾਰੀ ਆਰਬਲਾ ਭਲੇ ਪੁਰਖਾਂ ਦੀ ਸਾਰੀ ਉਮਰ, ਸਾਰੀ ਜ਼ਿੰਦਗੀ ਇਸ ਤਰੀਕੇ ਨਾਲ ਨਾਮ ਸਿਮਰਨ ਵਿੱਚ ਲੰਘਦੀ ਹੈ। ਨਾਮ ਸਿਮਰਨਾ ਹੈ, ਜੇ ਮੌਤ ਚੇਤੇ ਨਹੀਂ ਤਾਂ ਨਾਮ ਕਿੱਥੋਂ ਚੇਤੇ ਆਵੇਗਾ? ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਮ ਚੇਤੇ ਹੀ ਤਾਂ ਆਵੇਗਾ ਜੇ ਮੌਤ ਚੇਤੇ ਹੋਵੇਗੀ। ਜੇ ਮੌਤ ਚੇਤੇ ਨਹੀਂ, ਨਾਮ ਕਿੱਥੋਂ ਚੇਤੇ ਹੈ? ਜਿਸ ਦੇ ਕੋਲ ਜਾਣਾ ਹੈ, ਇਹਨੂੰ ਵਿਦਵਾਨ ਜਨ ਇਉਂ ਕਹਿੰਦੇ ਹਨ, ਜੇ ਕਾਲ ਚੇਤੇ ਨਹੀਂ, ਅਕਾਲ ਵੀ ਚੇਤੇ ਨਹੀਂ। ਕਾਲ ਕਹੀਏ ਮੌਤ ਨੂੰ, ਅਕਾਲ ਕਹੀਏ ਪ੍ਰਮਾਤਮਾ ਦੇ ਨਾਮ ਨੂੰ। ਜੇ ਕਾਲ ਚੇਤੇ ਨਹੀਂ ਹੈ, ਮੌਤ ਚੇਤੇ ਨਹੀਂ ਹੈ, ਤੇ ਅਕਾਲ ਕਿੱਥੋਂ ਚੇਤੇ ਆਵੇ? ਮੈਂ ਜਾਣਾ ਹੈ ਸੰਸਾਰ ਤੋਂ, ਜਿਨੀ ਚੱਲਣ ਜਾਣਿਆ। ਮਹਾਰਾਜ ਕਹਿਣ ਲੱਗੇ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ। ਬਾਬਾ ਫਰੀਦ ਸਾਹਿਬ, ਮਰਗ ਸਤਾਣੀ ਚਿੱਤ ਧਰ ਦਾ ਅਰਥ ਕਰੀਏ ਵੀ ਮੌਤ ਨੂੰ ਚੇਤੇ ਕਰ। ਸਾਈ ਜਾਏ ਸੰਭਾਲ, ਜਿੱਥੇ ਹੀ ਤਉ ਵੰਝਣਾ, ਜਿਹੜੀ ਥਾਂ ਤੇ ਜਾਣਾ ਉਹਨੂੰ ਸੰਭਾਲ। ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਰਹਿਮਤਾਂ ਭਰੇ ਬੋਲ, ਸਤਿਗੁਰੂ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਅਨੇਕਾਂ ਥਾਵਾਂ ਤੇ ਮਹਾਰਾਜ ਜੀਆਂ ਨੇ ਰਹਿਮਤ ਕੀਤੀ। ਆਸਾ ਦੀ ਵਾਰ ਦੇ ਅੰਦਰ ਵੀ
ਪਾਵਨ ਪਵਿੱਤਰ ਸ਼ਲੋਕ ਸਰਵਣ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਤੇ ਮਹਾਰਾਜ ਜੀਆਂ ਦੇ ਬੋਲ, ਕਿਸ ਨਾਲ ਕੀਚੈ ਦੋਸਤੀ, ਕਿਸ ਨਾਲ ਕੀਚੈ ਦੋਸਤੀ, ਕਿਸ ਨਾਲ ਕੀਚੈ ਦੋਸਤੀ, ਕਿਸ ਨਾਲ ਕੀਚੈ ਦੋਸਤੀ। ਸਭ ਜਗ ਚੱਲਣਹਾਰ, ਸਭ ਜਗ ਚੱਲਣਹਾਰ, ਸਭ ਜਗ ਚੱਲਣਹਾਰ, ਸਭ ਜਗ ਚੱਲਣਹਾਰ। ਮਹਾਰਾਜ ਕਹਿੰਦੇ ਕੋਈ ਤਾਂ ਹੋਵੇ ਵੀ ਜਿਹਦੇ ਨਾਲ ਦੋਸਤੀ ਕਰ ਲਈਏ, ਕੋਈ ਤਾਂ ਐਸਾ ਹੋਵੇ ਜਿਹਦੇ ਨਾਲ ਨੇ ਪੱਕਾ ਲਈਏ, ਪਰ ਸਾਰਾ ਜਗਤ ਚੱਲਣਹਾਰਾ ਹੈ, ਸਾਰਾ ਸੰਸਾਰ ਚੱਲਣਹਾਰਾ ਹੈ। ਸੇ ਕਿਉਂ ਕਰੈ ਵਿਥਾਰ, ਖਲਾਰਾ ਪਾਇਆ ਉਹਨਾਂ ਨੇ ਮਹਾਰਾਜ ਕਿਹਨਾਂ ਨੇ, ਚੱਲਣ ਸਾਰ ਨਾ ਜਾਣਨੀ, ਕਾਜ ਸਵਾਰਨਹਾਰ। ਉਹ ਆਪਣੇ ਕੰਮਾਂ ਵਿੱਚ ਹੀ ਵਿਅਸਤ ਹਾਂ ਆਪਾਂ, ਕਿ ਇਹ ਵੀ ਕੰਮ ਨਿਬੜ ਜਾਏ, ਇਹ ਵੀ ਕੰਮ ਹੋ ਜਾਏ, ਏਦਾਂ ਵੀ ਹੋ ਜਾਏ। ਮਹਾਰਾਜ ਕਹਿਣ ਲੱਗੇ, ਭਾਈ ਤੂੰ ਜਾਣਦਾ ਸੋਚਿਆ ਹੀ ਨਹੀਂ। ਬਾਬਾ ਫਰੀਦ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਜਦੋਂ ਸ਼ਲੋਕ ਸਰਵਣ ਕਰਨੇ ਹਾਂ, ਪੜ੍ਹਨੇ ਹਾਂ, ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਕੱਪੜਾ ਪਾਟ ਜਾਏ ਉਹਨੂੰ ਤਾਂ ਕੋਈ ਨਾ ਕੋਈ ਗੰਢ ਤਰੁੱਪ ਹੋ ਜਾਏਗੀ। ਜਿੱਦਣ ਇਸ ਸਰੀਰ ਦੇ ਵਿੱਚੋਂ ਭੌਰ ਨੇ ਉਡਾਰੀ ਮਾਰ ਲਈ, ਕੋਈ ਵੀ ਤਾਕਤ ਐਸਾ ਨਹੀਂ ਵੀ ਜਿਹੜਾ ਮੁੜ ਕੇ ਦੇ ਸਰੀਰ ਵਿੱਚ ਪਾ ਦੇਵੇ ਜਾਣ। ਕੋਈ ਵੀ ਐਸਾ ਨਹੀਂ ਵੀ ਜਿਹੜਾ ਇਸ ਸਰੀਰ ਨੂੰ ਦੁਬਾਰਾ ਫਿਰ ਉਠਾ ਦੇਵੇ। ਇਸ ਕਾਰਨ ਹੈ ਉਹ ਬੰਦਿਆ ਇੱਕ ਕੰਮ ਕਰ, ਧੰਨ ਗੁਰੂ ਅੰਗਦ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸੋਹਿਲਾ ਸਾਹਿਬ ਦਾ ਅਖੀਰ ਵਾਲਾ ਸ਼ਬਦ ਇਸ ਸਮੁੱਚੇ ਪ੍ਰਕਰਨ ਨੂੰ ਵਿਆਖਿਆ ਕਰਦਾ ਹੈ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਬੋਲ ਕਿ ਹੇ ਭਾਈ ਆ, ਇੱਥੇ ਕੁਝ ਖੱਟ ਕੇ ਤੁਰ, ਆ ਵੇਲਾ ਹੈ, ਆ ਵਾਰੀ ਤੂੰ ਸੁਹੇਲਾ ਕਰ ਲੈ, ਆਪਣੇ ਜਨਮ ਨੂੰ ਸੌਖਾ ਕਰ ਲੈ। ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸੇ ਰਹਿਣਾ ਰੇ, ਦਿਨ ਤੇ ਰਾਤ ਕਰਕੇ ਆਰਬਲਾ ਘਟ ਰਹੀ ਹੈ। ਜਿਵੇਂ ਬਚਨ ਨੇ ਦਿਨ ਸੇ ਰਹਿਣ ਦੋਏ ਸੱਦੇ ਪਏ, ਦੋਵਾਂ ਨੇ ਆਵਾਜ਼ ਮਾਰੀ, ਘਟ ਰਹੀ ਹੈ ਉਹਨਾਂ ਦੇ ਨਾਲ। ਦਿਨ ਚੜਿਆ ਹੋਇਆ ਦਿਨ ਤੇ ਡੁੱਬਦਾ ਪਿਆ, ਇਹ ਨਿਸ਼ਾਨੀ ਹੈ ਆਰਬਲਾ ਘਟਣ ਦੀ। ਔਦ ਘਟੈ ਦਿਨ ਸੇ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਹੇਉ ਮਣਾ ਗੁਰੂ ਨੂੰ ਮਿਲ ਕੇ ਕਾਜ ਸਵਾਰ ਲੈ, ਗੁਰ ਮਿਲ ਕਾਜ ਸਵਾਰੇ ਰਹਾਉ। ਗੁਰੂ ਨੂੰ ਮਿਲ ਕਰਕੇ ਆਪਣੇ ਜਿਹੜੇ ਜੀਵਨ ਦੇ ਕਾਰਜ ਹਨ ਉਹਨਾਂ ਨੂੰ ਤੂੰ ਸਵਾਰਨਾ ਕਰ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੱਲ ਪੱਕੇ ਤੌਰ ਤੇ ਬੰਨ ਲਈ ਵੀ ਨਹੀਂ, ਆ ਜਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ, ਜਾਣਾ ਹੀ ਨਹੀਂ। ਮਹਾਰਾਜ ਕਹਿੰਦੇ ਨਹੀਂ, ਤੈਨੂੰ ਭੁਲੇਖਾ ਹੈ। ਭੁਲੇਖਾ ਵੀ ਇੰਨਾ ਵੱਡਾ ਪਾਲ ਲਿਆ। ਗੁਰੂ ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹਾਂ, ਧੰਨ ਗੁਰੂ ਤੇਗ ਬਹਾਦਰ ਸ਼ਹਿਨਸ਼ਾਹ, ਉਹਨਾਂ ਦਾ ਪਾਵਨ ਪਵਿੱਤਰ ਜੋ ਸ਼ਬਦ ਦਰਸ਼ਨ ਕਰਨੇ ਹਾਂ, ਰਹਿਮਤ ਕੀਤੀ। ਕਹਿੰਦੇ ਇੱਕ ਅਚਰਜ ਬਣਿਆ ਹੈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇੱਕ ਬਿਨਸੈ ਇੱਕ ਅਸਥਿਰ ਮਾਨੈ। ਇੱਕ ਕੋਲੋਂ ਜਾ ਰਿਹਾ ਹੈ ਦੋਸਤ, ਇੱਕ ਨੂੰ ਤਾਂ ਮੋਢੇ ਦੇ ਕੇ ਕਬਰਾਂ ਤੱਕ, ਸ਼ਮਸ਼ਾਨ ਭੂਮੀ ਤੱਕ ਛੱਡ ਕੇ, ਆਪ ਹੀ ਤਾਂ ਛੱਡ ਕੇ ਆ ਰਿਹਾ ਨਾ। ਛੱਡ ਕੇ ਵੀ ਆਪ ਆਇਆ, ਮਨ ਵਿੱਚ ਸੋਚਿਆ ਵੀ ਮੈਂ ਜਾਣਾ ਨਹੀਂ, ਗੱਜ ਕੇ ਆਖੋ ਸਤਨਾਮ ਸ਼੍ਰੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਮਹਾਰਾਜ ਕਹਿੰਦੇ ਏਦੂ ਵੱਡਾ ਅਚਰਜ ਮੈਂ ਹੋਰ ਕੀ ਵੇਖਾਂ। ਆਪ ਹੀ ਛੱਡ ਕੇ ਆਇਆ, ਆਪਣੇ ਸਕੇ ਸੰਬੰਧੀਆਂ ਨੂੰ ਸ਼ਮਸ਼ਾਨ ਭੂਮੀ ਤੱਕ ਮੋਢਾ ਲਾ ਕੇ ਆਇਆ, ਤੇ ਆਪ ਹੀ ਇੰਨੀ ਗੱਲ ਪੱਕੀ ਕਰੀ ਬੈਠਾ ਵੀ ਮੈਂ ਜਾਣਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੌੜੀ ਰਾਗ ਵਿੱਚ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ, ਅਵਰ ਮੂਏ ਕਿਆ ਸੋਗ ਕਰੀਜੈ।
ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਕਹਿੰਦੇ ਨਾਲ ਦੇ ਚਲੇ ਗਏ ਸੋਗ ਕਰਨ ਵਾਸਤੇ, ਸਿਰ ਫੜ ਕੇ ਬੈਠ ਗਿਆ। ਤੂੰ ਤਾਂ ਸੋਗ ਕਰ ਜੇ ਤੂੰ ਨਾ ਮਰਨਾ ਹੋਵੇ। ਜੇ ਮਰਨਾ ਤੂੰ ਵੀ ਹੈ ਫਿਰ ਤੂੰ ਸੋਗ ਕਿਉਂ ਕਰਨਾ ਹੈ। ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਮੈਂ ਨਾ ਮਰੋ ਮਰਬੋ ਸੰਸਾਰਾ। ਫਿਰ ਅੱਗੇ ਬਾਬਾ ਕਬੀਰ ਸਾਹਿਬ ਜੀਆਂ ਨੇ ਰਹਿਮਤ ਕੀਤੀ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮੋਇ ਮਿਲਿਓ ਹੈ ਜਿਆਵਨ ਹਾਰਾ। ਤੂੰ ਸਿਰ ਫੜ ਕੇ ਬੈਠ ਗਿਆ ਵੀ ਚਲਾ ਗਿਆ, ਤੂੰ ਤਾਂ ਸੋਗ ਕਰ ਜੇ ਤੂੰ ਨਾ ਮਰਨਾ ਹੋਵੇ, ਤੂੰ ਸਦੀਵੀ ਰਹਿਣਾ ਹੋਵੇ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨ੍ਹਾਂ ਨੇ ਇਹ ਗੱਲ ਸੋਚ ਲਈ ਵੀ ਜਾਣਾ ਨਹੀਂ, ਮਹਾਰਾਜ ਕਹਿੰਦੇ ਉਹ ਤਾਂ ਚਲੋ ਖਲਾਰਾ ਖਲਾਰਨ। ਤੇ ਜਿਨ੍ਹਾਂ ਨੇ ਭਾਈ ਇਹ ਗੱਲ ਦ੍ਰਿੜ ਪੱਕੀ ਕੀਤੀ ਹੋਈ ਹੈ ਵੀ ਸੰਸਾਰ ਤੋਂ ਚਾਲਾ ਮਾਰਨਾ, ਉਹ ਨਾਲ ਹੀ ਆਪਣੀ ਤਿਆਰੀ ਰੱਖਦੇ ਹਨ। ਸੋਹਿਲਾ ਸਾਹਿਬ ਪੜ੍ਹਨ ਦਾ ਜੋ ਮਹਾਂਪੁਰਸ਼ ਕਹਿੰਦੇ ਹਨ ਵੀ ਰਾਤ ਨੂੰ ਸੋਹਿਲਾ ਸਾਹਿਬ ਪੜ੍ਹਨ ਦਾ ਬਚਨ ਮਹਾਰਾਜ ਜੀਆਂ ਨੇ ਜੋ ਕੀਤਾ ਹੈ, ਇਹ ਭਾਈ ਰਾਤ ਨੂੰ ਸੋਹਿਲਾ ਸਾਹਿਬ ਪੜ੍ਹ ਕੇ ਸੌਂ। ਇਹ ਇਸੇ ਵਾਸਤੇ ਹੈ ਵੀ ਕੀ ਪਤਾ ਤੇਰੀ ਅਖੀਰ ਵਾਲੀ ਰਾਤ ਹੀ ਹੋਵੇ, ਕੀ ਪਤਾ ਵੀ ਅੱਜ ਦੀ ਰਾਤ ਜਿਹੜੀ ਤੂੰ ਆਪਣੇ ਘਰ ਦੇ ਅੰਦਰ ਬੈਡਰੂਮ ਵਿੱਚ ਸੌਣ ਲੱਗਾ ਹੈ, ਸਵੇਰ ਉੱਠਣਾ ਹੈ ਕਿ ਨਹੀਂ ਉੱਠਣਾ। ਘੱਟੋ ਘੱਟ ਤੂੰ ਆਪ ਹੀ ਪੜ੍ਹ ਕੇ ਸੌਂ ਤੇ ਸਾਹਿਬ ਦੇ ਘਰ ਦੇ ਅੰਦਰ ਤੇਰੀ ਪਹੁੰਚ ਹੋ ਜਾਏ। ਤੂੰ ਆਪ ਹੀ ਪੜ੍ਹਦੇ ਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਪ ਹੀ ਪੜ੍ਹ ਕੇ ਸੌਂ। ਇਥੋਂ ਤੱਕ ਸਤਿਗੁਰੂ ਮਹਾਰਾਜ ਜੀਆਂ ਦੇ ਘਰ ਨੇ ਸੰਸਾਰ ਦੀ ਨਾਸ਼ ਮਾਨਤਾ, ਗੁਰੂ ਕੇ ਸਿੱਖ ਦੇ ਨਾਲ ਸਾਂਝ ਪਾਈ। ਉਹ ਵੱਖਰੀ ਗੱਲ ਹੈ ਵੀ ਆਪਾਂ ਉਹਨੂੰ ਨਾ ਸਮਝ ਸਕੇ। ਮਹਾਰਾਜ ਜੀ ਦੂਸਰੇ ਪਾਵਨ ਪਵਿੱਤਰ ਬਚਨ ਵਿੱਚ ਰਹਿਮਤ ਕਰਦੇ ਹਨ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ, ਭਲ ਕੇ ਚੱਲਣ ਹੋਏ। ਇੱਕ ਰਾਤ ਕਾਰਨ, ਇਹਨੂੰ ਰਾਤ ਹੀ ਤਾਂ ਮਹਾਰਾਜ ਜੀ ਨੇ ਕਿਹਾ ਹੈ। ਰੈਣ ਗਈ ਮਤ ਦਿਨ ਪੀ ਜਾਏ। ਰਾਤ ਕਾਰਨ ਧਨ ਸੰਚੀਐ, ਇੱਕ ਰਾਤ ਕਾਰਨ ਕਿੰਨਾ ਕੁ ਸਮਾਂ। ਧਨ ਸੰਚੀਐ ਭਲ ਕੇ ਚੱਲਣ ਹੋਏ, ਵੀ ਸਵੇਰ ਹੋਣੀ ਹੈ, ਸੱਜਣਾ ਉੱਠ ਕੇ ਜਾਣਾ ਹੈ। ਤੇ ਇਹਨੂੰ ਸਤਿਗੁਰੂ ਮਹਾਰਾਜ ਜੀ ਇਉਂ ਵੀ ਅੰਕਿਤ ਕਰਦੇ ਹਨ, ਕਹਿੰਦੇ ਜਿਸ ਪ੍ਰਕਾਰ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬਾਂਧੇ ਘਰ ਬਾਰਾ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਨੀਤ ਨੀਤ ਘਰ ਬਾਂਧੀ ਐ ਜੇ ਰਹਿਣਾ ਹੋਈ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਨੀਤ ਨੀਤ ਘਰ ਬਾਂਧੀ ਐ ਜੇ ਰਹਿਣਾ ਹੋਈ। ਪਿੰਡ ਪਵੈ ਜੀਓ ਚੱਲ ਸੀ ਜੇ ਜਾਣਾ ਕੋਈ। ਕਹਿੰਦੇ ਬੰਨ ਘਰ ਬੰਨ, ਚੰਗੀ ਤਰ੍ਹਾਂ ਘੁੱਟ ਕੇ ਬੰਨ, ਪਰ ਜੇ ਰਹਿਣਾ ਹੋਈ, ਜਦੋਂ ਰਹਿਣਾ ਹੀ ਨਹੀਂ। ਰਾਤ ਕਾਰਨ ਧਨ ਸੰਚੀਆ, ਧਨ ਇਕੱਤਰ ਕੀਤਾ, ਭਲਕੇ ਚੱਲਣ ਹੋਏ। ਤੇ ਸਵੇਰ ਤਾਂ ਉੱਠ ਕੇ ਤੂੰ ਚਲਾ ਜਾਣਾ ਹੈ। ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਵੱਡਾ ਪਛਤਾਵਾ ਇਹ ਹੈ, ਨਾਨਕ ਨਾਲ ਨਾ ਚੱਲਈ। ਉਹ ਨਾਲ ਨਹੀਂ ਚੱਲਦਾ। ਕੀ ਨਾਲ ਨਹੀਂ ਚੱਲਦਾ? ਜੋ ਇਕੱਤਰ ਕੀਤਾ ਹੈ। ਕੀ ਇਕੱਤਰ ਕੀਤਾ ਹੈ? ਦੁਨਿਆਵੀ ਧਨ ਹੈ, ਉਹ ਨਾਲ ਨਹੀਂ ਧਨ ਚੱਲਦਾ। ਕਾਚਾ ਧਨ ਸੰਚੈ ਮੂਰਖ ਗਵਾਰ, ਉਹ ਵਾਲਾ ਪਾਵਨ ਪਵਿੱਤਰ ਸ਼ਬਦ। ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਮਹਾਂਪੁਰਖ ਮੰਨਦੇ ਹਨ ਕਿ ਜੋ ਮੌਤ ਦਾ ਵੱਡਾ ਦੁੱਖ ਹੈ, ਜਦੋਂ ਅੱਖਾਂ ਸਾਹਮਣੇ ਮੌਤ ਹੋਵੇ ਤੇ ਵੱਡਾ ਪਛਤਾਵਾ ਕਿਹੜਾ ਹੁੰਦਾ ਹੈ ਜੀਵ ਨੂੰ? ਵੱਡਾ ਪਛਤਾਵਾ ਹੁੰਦਾ ਹੈ ਧਨ ਨਾਲ ਨਹੀਂ ਜਾਂਦਾ, ਪੈਲੀ ਭੋਏ ਜਾਇਦਾਦ ਨਾਲ ਨਹੀਂ ਜਾਂਦੀ, ਬੈਂਕ ਬੈਲੈਂਸ ਨਾਲ ਨਹੀਂ ਜਾਂਦਾ। ਜੋ ਇਕੱਤਰ ਕੀਤਾ ਹੈ ਦੁਨਿਆਵੀ ਧਨ ਨਾਲ ਨਹੀਂ ਜਾਂਦਾ। ਬੰਦਾ ਫਿਰ ਹੱਥ ਮਰੋੜਦਾ ਹੈ, ਫਿਰ ਬੰਦਾ ਵੱਡਾ ਪਛਤਾਵਾ ਕਰਦਾ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਘਰ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਨੇ,
ਤਾਂ ਹੀ ਤਾਂ ਜਿਉਂਦੇ ਜੀ ਧਨ ਛੱਡਣ ਦੀ ਮਹਾਰਾਜ ਜੀ ਨੇ ਵਾਰ-ਵਾਰ ਸ਼ਬਦ ਕਹੇ ਕਿ ਜਿਉਂਦਿਆਂ ਜੀ ਤੂੰ ਹੱਥੀ ਦਾਨ ਕਰ ਤੇ ਤੈਨੂੰ ਛੱਡਣਾ ਸੌਖਾ ਹੋ ਜਾਵੇ, ਅੰਤਮ ਵੇਲੇ ਤੱਕ ਵੀ ਛੱਡ ਕੇ ਕਿਵੇਂ ਤੁਰਨਾ ਹੈ। ਜਦੋਂ ਅੰਤਮ ਵੇਲੇ ਤੂੰ ਛੱਡ ਕੇ ਸਾਰਾ ਕੁਝ ਛੱਡ ਕੇ ਤੁਰੇਂਗਾ, ਕਿਸ ਪ੍ਰਕਾਰ ਛੱਡ ਕੇ ਜਾਣਾ ਹੈ, ਜਿਉਂਦਿਆਂ ਜੀ ਤੂੰ ਇੰਨੀ ਗੱਲ ਸਿੱਖ। ਵੱਡਾ ਪਛਤਾਵਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਫਿਰ ਪਛਤਾਵਾ ਹੋਏ। ਕਿਹੜਾ ਪਛਤਾਵਾ ਹੈ? ਨਾਨਕ ਨਾਲ ਨਾ ਚੱਲਈ। ਨਾਲ ਨਹੀਂ ਜਾਂਦਾ ਮਹਾਰਾਜ, ਕੁਝ ਵੀ ਨਾਲ ਨਹੀਂ ਜਾਂਦਾ। ਮਹਾਰਾਜ ਕਹਿੰਦੇ ਜਾਂਦਾ ਹੈ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਜਾਂਦਾ ਹੈ ਨਾਲ। ਹਾਂ, ਸੰਸਾਰੀ ਧਨ ਨਹੀਂ ਜਾਂਦਾ। ਜਾਂਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬੋਲ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਹ ਪੈਂਡੈ ਮਹਾਂ ਅੰਧਿਆਰਾ, ਹਰ ਕਾ ਨਾਮ ਹੋਤ ਉਜਿਆਰਾ। ਜਿਹੜੇ ਪੰਥ ਤੇ ਤੈਨੂੰ ਕਿਸੇ ਨੇ ਨਹੀਂ ਸਿਆਣਨਾ, ਉਥੇ ਨਾਮ ਨੇ ਤੇਰੇ ਨਾਲ ਚੱਲਣਾ ਹੈ। ਜਿਹੜੇ ਪੈਂਡੇ, ਜਿਹੜੇ ਰਸਤੇ, ਮਹਾਰਾਜ ਕਹਿਣ ਲੱਗੇ ਜਿਹਦੇ ਕੋਹ ਦਾ ਹੀ ਪਤਾ ਨਹੀਂ ਵੀ ਕਿੰਨੇ ਕੁ ਮੀਲ ਹੈ, ਕਿੰਨੇ ਕੁ ਕੋਹ ਹੈ, ਹਰ ਕਾ ਨਾਮ ਊਹਾ ਸੰਗ ਤੋਸਾ। ਹਰੀ ਦਾ ਨਾਮ ਤੇਰੇ ਵਾਸਤੇ ਤੋਸਾ। ਤੋਸਾ ਕਹੀਏ ਖਜ਼ਾਨੇ ਨੂੰ, ਹਰੀ ਦਾ ਨਾਮ ਤੇਰੇ ਵਾਸਤੇ ਤੋਸਾ ਹੈ। ਰਾਤ ਕਾਰਨ ਧਨ ਸੰਚੀਐ, ਰਾਤ ਵਾਸਤੇ ਧਨ ਇਕੱਤਰ ਕੀਤਾ। ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਪਛਤਾਵਾ ਤਾਂ ਫਿਰ ਹੁੰਦਾ ਹੈ। ਵੱਡਾ ਪਛਤਾਵਾ ਇਹ ਹੋ ਗਿਆ ਵੀ ਮੈਂ ਜਿੰਨਾ ਕੁਝ ਇਕੱਤਰ ਕੀਤਾ ਨਾਲ ਨਹੀਂ ਜਾਣਾ। ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਹੀ ਤਾਂ ਗੁਰੂ ਕੇ ਸਿੱਖ ਨੂੰ ਬਾਬਾ ਫਰੀਦ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜਿਹੜੇ ਬਚਨ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਫਿਰ ਤਰਨ ਦੁਹੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ, ਇੱਕ ਆਪੀਨੈ ਪਤਲੀ ਸੈ ਕੇਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਕਹੈ ਫਰੀਦ ਸਹੇਲੀਓ 100 ਅਲਾਇਸੀ, ਹੰਸ ਚੱਲਸੀ ਡੁੰਮਣਾ ਇਹ ਤਨ ਢੇਰੀ ਥੀ ਸੀ। ਹੰਸ ਚੱਲਸੀ ਡੁੰਮਣਾ, ਜਾਣਾ ਹੈ। ਇਹ ਤਨ ਢੇਰੀ ਥੀ ਸੀ, ਆ ਤਨ ਮਿੱਟੀ ਦੀ ਢੇਰੀ ਬਣ ਕੇ ਉੱਥੇ ਕਬਰਾਂ ਵਿੱਚ ਪਿਆ ਹੋਵੇਗਾ, ਸ਼ਮਸ਼ਾਨ ਭੂਮੀ ਵਿੱਚ ਪਿਆ ਹੋਵੇਗਾ। ਤੇ ਮਹਾਰਾਜ ਕਹਿਣ ਲੱਗੇ, ਹੇ ਭਾਈ, ਇਹਨੂੰ ਜਿਉਂਦਿਆਂ ਜੀ ਤੂੰ ਆਪਣੇ ਜੀਵਨ ਦਾ ਵੀ ਕਾਜ ਸਵਾਰ। ਮਹੱਲਾ ਦੂਜਾ। ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਹੇ ਭਾਈ, ਜੇ ਤੂੰ ਬੱਧੇ ਰੁੱਧੇ ਕੰਮ ਕੀਤਾ ਵੀ ਇਹ ਕੰਮ ਕਰਨਾ ਪੈਣਾ ਹੈ। ਨਿਤਨੇਮ ਇਸ ਕਰਕੇ ਕੀਤਾ ਵੀ ਕਰਨਾ ਪੈਣਾ ਹੈ। ਬੈਠਾ ਇਸ ਕਰਕੇ ਵੀ ਕਰਨਾ ਪੈਣਾ ਹੈ। ਮਹਾਰਾਜ ਕਹਿੰਦੇ, ਦੱਸ ਭਾਈ ਉਹਦਾ ਕੀ ਗੁਣ ਤੇ ਕੀ ਉਪਕਾਰ ਹੈ, ਕੀ ਉਹਦਾ ਲਾਭ ਦੱਸ ਕੀ ਹੈ। ਇੱਕ ਮਹਾਰਾਜ ਦੇ ਪਾਵਨ ਪਵਿੱਤਰੇ ਬੋਲ ਕਿ ਜੇ ਤੂੰ ਬੱਧੇ ਰੁੱਧੇ ਨੇ ਕੋਈ ਵੀ ਕਾਰਜ ਕੀਤਾ, ਉਹ ਤਾਂ ਇਹਦੇ ਅਰਥ ਮਹਾਂਪੁਰਖਾਂ ਨੇ ਇਉਂ ਵੀ ਕੀਤੇ ਵੀ ਮੰਨ ਲਓ ਜੇ ਕਿਸੇ ਕੈਦੀ ਨੇ ਚੱਟੀ ਭਰ ਵੀ ਦਿੱਤੀ, ਦੱਸੋ ਕੋਈ ਉਹਨੇ ਭਲਾਈ ਦਾ ਕੰਮ ਕੀਤਾ ਜਾਂ ਨੇਕੀ ਦਾ ਕੰਮ ਕੀਤਾ। ਬੱਧਾ ਚੱਟੀ, ਜੇ ਕਿਸੇ ਕੈਦੀ ਨੇ ਚੱਟੀ ਭਰ ਵੀ ਦਿੱਤੀ, ਕਿਸੇ ਕੈਦੀ ਨੂੰ ਜੁਰਮਾਨਾ ਹੋ ਗਿਆ, ਦੱਸੋ ਵੀ ਉਹ ਕਹੇਗਾ ਮੈਂ ਉਪਕਾਰ ਦਾ ਕੰਮ ਕੀਤਾ? ਉਪਕਾਰ ਤਾਂ ਨਹੀਂ ਨਾ ਕੈਦੀ ਦਾ। ਜੇ ਉਹ ਕਾਰਜ, ਉਹ ਪੈਸਾ ਖੁਸ਼ੀ ਨਾਲ ਦਿੱਤਾ ਹੁੰਦਾ, ਫਿਰ ਤਾਂ ਕਿਸੇ ਨਾ ਕਿਸੇ ਲੇਖੇ ਗਿਣਿਆ ਜਾਏਗਾ। ਉਹ ਕੀ ਹੈ? ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ। ਅੰਦਰ ਦੇ ਪ੍ਰੇਮ ਸਹਿਤ ਅਗਲੀ ਪੰਕਤੀ ਵਿੱਚ ਮਹਾਰਾਜ ਇਹਦਾ ਜ਼ਿਕਰ ਵੀ ਕਰਦੇ ਹਨ। ਸੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਸਾਰ। ਸਾਹਿਬ ਨੂੰ ਸਿਮਰ, ਸਾਹਿਬ ਨੂੰ ਸਿਮਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਪ੍ਰੇਮ ਸਹਿਤ ਉਹਨੂੰ ਪਰਿਪੂਰਨ ਪਰਮਾਤਮਾ ਨੂੰ ਧਿਆਇਆ, ਸੇਤੀ ਖੁਸ਼ੀ ਸਵਾਰੀਐ, ਨਾਨਕ ਕਾਰਜ ਸਾਰ। ਉਹ ਹੀ ਜੀਵ ਸੰਸਾਰ ਤੋਂ ਆਪਣੇ ਜੀਵਨ ਦਾ ਕਾਰਜ ਸਵਾਰ ਕਰਕੇ ਤੁਰਦੇ ਹਨ। ਮਹੱਲਾ ਦੂਜਾ। ਮਨ ਹੱਠ ਤਰਫ ਨਾ ਜੇ ਪਈ,
ਜੇ ਬਹੁਤਾ ਕਾਲੇ। ਮਨ ਦੇ ਹੱਠ ਦੇ ਨਾਲ ਮਹੱਲਾ ਦੂਜਾ ਧੰਨ ਗੁਰੂ ਅੰਗਦ ਦੇਵ ਮਹਾਰਾਜੀਆਂ ਦਾ ਇਹ ਪਾਵਨ ਪਵਿੱਤਰ ਚੌਥਾ ਸ਼ਲੋਕ ਇਸ ਪ੍ਰਕਰਨ ਦੇ ਨਾਲ ਮਨ ਹੱਠ ਤਰਫ ਨਾ ਜਿਪਈ ਜਿਪਈ ਕਹੀਏ ਜਿੱਤ ਜਾਏ ਤਰਫ ਮਨ ਦੇ ਹੱਠ ਦੇ ਨਾਲ। ਮਨ ਦੇ ਹੱਠ ਦੇ ਨਾਲ ਕੋਈ ਜਿੱਤ ਨਹੀਂ ਜੇ ਸਕਿਆ। ਜੇ ਬਹੁਤਾ ਅਕਾਲੇ ਭਾਵੇਂ ਉਹ ਕਿਤਨੀ ਵੀ ਉਸ ਬਾਤ ਨੂੰ ਲੈ ਕਰਕੇ ਕਿਤਨੀ ਵੀ ਉਹ ਮਿਹਨਤ ਮੁਸ਼ੱਕਤ ਕਰਦਾ ਰਵੇ, ਮਹਾਰਾਜ ਜੇ ਮਨ ਦੇ ਹੱਠ ਦੇ ਨਾਲ ਜਿੱਤ ਨਹੀਂ ਸਕਦਾ ਤੇ ਕਿਵੇਂ ਜਿੱਤੇਗਾ? ਇਹਦਾ ਜ਼ਿਕਰ ਸਤਿਗੁਰੂ ਨਾਲ ਹੀ ਪੰਕਤੀ ਅੰਦਰ ਬਖਸ਼ਿਸ਼ ਕੀਤੀ। ਤਰਫ ਦੇਣਾ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਸਤ ਭਾਉ ਦੇ ਤਰਫ ਜਿਨਾ ਜਿੱਤ ਜਾਏਗਾ, ਸਤ ਭਾਉ ਦੇ ਸ਼ੁਭ ਭਾਵਨਾ ਦੇ ਨਾਲ। ਸ਼ੁਭ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ ਪਿਆਰੇ। ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਬਵੇਕਾ। ਇਹ ਸਾਰਾ ਪਾਵਨ ਪਵਿੱਤਰ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਸੇ ਪੰਕਤੀ ਦੇ ਇਹਨੂੰ ਇਉਂ ਕਹਿ ਲਈ ਵੀ ਵਿਆਖਿਆ ਇਹਦੇ ਨਾਲ ਹੋ ਜਾਏਗੀ। ਭਈ ਜਿਹੜੇ ਹੁਣ ਮੰਨ ਲਓ ਜੇਠ ਹਾੜ ਦੀਆਂ ਧੁੱਪਾਂ ਵਿੱਚ ਧੂਣੀਆਂ ਤਾਈਆਂ, ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਪਾਣੀ ਵਿੱਚ ਖਲੋਤੇ, ਮਹਾਰਾਜ ਕਹਿੰਦੇ ਗਲਤ ਕਿਵੇਂ ਹੋ ਗਏ? ਨੰਗੇ ਪੈਰੀ ਤੁਰੇ, ਡਡੌਤ ਕਰਦੇ ਤੁਰੇ, ਗਲਤ ਕਿਵੇਂ ਹੋਏ? ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੋਣ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਉਹ ਗਏ ਸਿਰ ਦੇ ਉੱਪਰ ਆਰਾ ਵੀ ਧਰਾ ਲਿਆ, ਆਪਣਾ ਆਪ ਚਿਰਾ ਵੀ ਲਿਆ। ਮਹਾਰਾਜ ਕਹਿੰਦੇ ਤਰੀਕਾ ਇਹ ਸਹੀ ਨਹੀਂ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮਨ ਦੇ ਹੱਠ ਦੇ ਨਾਲ ਨਹੀਂ। ਮਹਾਰਾਜ ਕਾਹਦੇ ਨਾਲ? ਸਤ ਭਾਉ ਦੇ ਤਰਫ ਜਿਨੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਸਤ ਭਾਵਨਾ ਦੇ ਨਾਲ, ਸ਼ੁਭ ਭਾਵਨਾ ਦੇ ਨਾਲ ਹੀ ਮਾਲਕ ਦੇ ਘਰ ਦੇ ਅੰਦਰ ਥਾਂ ਪ੍ਰਾਪਤ ਹੋ ਸਕਦੀ ਹੈ। ਪੌੜੀ ਕਰਤਾ ਕਾਰਨ ਜਿਨ ਕੀਆ, ਸੋ ਜਾਣੈ ਸੋਈ। ਉਸ ਕਰਤੇ ਨੇ, परिपूर्ण परमात्मा ने करता कारण जिन किया, उन्हें आप ही सृष्टि साजी, सो जाने सोई। ओह ही सृष्टि दा मालक, सृष्टि दा पालक है। आपे सृष्ट उपायन, आपे फुन गोई। आपी न आप साजियो, आपी न रचियो नाओ, दुई कुदरत साजिए कर आसन डिठो चाओ। दाता करता आप तू, तुस देवै करै पसाओ। तू जानोई सब सह दे लैसैं, जिंद कवाओ। तू जानोई सब सह दे लैसैं, जिंद कवाओ। कर आसन डिठो चाओ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਆਸਾ ਦੀ ਵਾਰ ਦੇ ਅੰਦਰ ਪੌੜੀ। ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਉ। ਉਹਨੇ ਆਪ ਹੀ ਕੁਦਰਤ ਸਾਜੀ, ਫਿਰ ਆਪ ਹੀ ਵਿੱਚ ਬੈਠ ਵੀ ਵਿੱਚ ਗਿਆ। ਆਪੇ ਸ੍ਰਿਸ਼ਟ ਸਾਜਿਨ, ਆਪੇ ਫੁਨ ਗੋਈ। ਫੁਨ ਗੋਈ ਦੇ ਅਰਥ ਹਨ ਆਪ ਹੀ ਉਹ ਪੈਦਾ ਕਰਨ ਵਾਲਾ, ਤਥਾ ਆਪ ਹੀ ਉਹ ਪਰਿਪੂਰਨ ਪਰਮਾਤਮਾ ਨਾਸ਼ ਕਰਨ ਵਾਲਾ ਹੈ। ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਉਸ ਪਰਿਪੂਰਨ ਪਰਮਾਤਮਾ ਦੀ ਕੀਮਤ, ਉਹਦੀ ਬਜ਼ੁਰਗੀ ਦੀ ਕੀਮਤ, ਜੀਵ ਇੱਕ ਜੁਗ ਕੀ ਭਾਵੇਂ ਚਾਰ ਜੁਗ ਭਟਕਦਾ ਰਹੇ। ਅੰਤ ਕੋ ਪਾਹਨ ਜੋ ਗਏ, ਸੋ ਆਏ ਅੰਤ ਗਵਾਏ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਦੱਸੋ ਭਾਈ ਕਿਹੜਾ ਹੈ ਜਿਹਨੇ ਕੀਮਤ ਪਾ ਲਈ ਹੋਵੇ ਉਸ ਪਰਿਪੂਰਨ ਪਰਮਾਤਮਾ ਦੀ। ਇਹ ਭਾਈ ਕਿਹੜਾ ਹੈ ਐਸਾ ਜਿਹਨੇ ਸ਼ੇਖ ਨਾਗ, ਸਤਿਗੁਰੂ ਬਾਬਾ ਜੀਆਂ ਨੇ ਤਾਂ ਸਾਰੇ ਗਿਣ ਦਿੱਤੇ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ।
ਜੇ ਐਸੇ ਐਸਿਆਂ ਤੋਂ ਭਾਵ ਅੰਤ ਨਹੀਂ ਪਾਇਆ ਤੇ ਆਪਾਂ ਕਾਹਦੇ ਵਿਚਾਰੇ ਹਾਂ। ਕਿਨ ਕੀਮਤ ਹੋਈ, ਕਿਹੜਾ ਐਸਾ ਹੈ ਜਿਨੇ ਕੀਮਤ ਪਾਈ ਹੋਵੇ। ਸਤਿਗੁਰ ਏਕ ਬਿਖਾਲਿਆ ਮਾਨ ਤਨ ਸੁਖ ਹੋਏ। ਸਤਿਗੁਰ ਜੀ ਨੇ ਏਕ ਵਖਾਲਿਆ, ਰਸਤਾ ਦੱਸ ਦਿੱਤਾ ਕਿ ਹੇ ਭਾਈ ਉਹ ਪਰਿਪੂਰਨ ਪਰਮਾਤਮਾ, ਜੁੜਨਾ ਉਹਦੇ ਨਾਲ, ਇੱਕ ਦੇ ਨਾਲ ਹੈ। ਜਿਸ ਪਰਿਪੂਰਨ ਪਰਮਾਤਮਾ ਜੀ ਨੇ ਇਹ ਸਾਰਾ ਖੰਡ ਬ੍ਰਹਿਮੰਡ, ਸਾਰਾ ਪਤਾਲ ਲੋਕ, ਜਿਹੜਾ ਸਿਰਜਣਹਾਰਾ ਉਹ ਪਰਿਪੂਰਨ ਪਰਮਾਤਮਾ ਹੈ। ਏਕ ਵਖਾਲਿਆ, ਉਹਨੇ ਰਸਤਾ ਵਖਾਲ ਦਿੱਤਾ ਕਿ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ। ਏਕ ਵਖਾਲਿਆ, ਫਿਰ ਕੀ ਹੋਇਆ? ਮਨ ਤਨ ਸੁਖ ਹੋਈ। ਮਨ ਤੇ ਤਨ ਦੇ ਅੰਦਰ ਜੀਵ ਨੂੰ ਸੁਖ ਪ੍ਰਾਪਤ ਹੋਇਆ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਏ। ਭਾਈ ਗੁਰੂ ਦੇ ਰਾਹੀਂ ਸਦਾ ਸਲਾਹੀਏ, ਨੂੰ ਹਮੇਸ਼ਾ ਸਲਾਉਂਦੇ ਰਹੀਏ, ਹਮੇਸ਼ਾ ਉਹਦੀ ਸਲਾਹਤਾ ਦੇ ਅੰਦਰ ਜੁੜੇ ਰਹੀਏ, ਅੰਤਲੇ ਸਾਹਾਂ ਤੱਕ, ਅਖੀਰ ਵਾਲੇ ਸਾਹਾਂ ਤੱਕ। ਕਦੋਂ ਤੱਕ ਸਿਮਰੀਏ ਉਸ ਪਰਿਪੂਰਨ ਪਰਮਾਤਮਾ ਨੇ? ਜਬ ਲਗ ਕਟ ਸਾਸ, ਜਦੋਂ ਤੱਕ ਅੰਦਰ ਸਵਾਸ ਪਏ ਚੱਲਦੇ ਨੇ। 11 ਵਾਰੀ 21 ਵਾਰੀ 31 ਵਾਰੀ ਮਹਾਰਾਜ ਜੀ ਨੇ ਤੇ ਗਿਣਤੀ ਦੱਸੀ ਨਹੀਂ। ਉਹ ਕਹਿੰਦੇ ਜਬ ਲਗ ਕਟ ਸਾਸ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰਮੁਖ ਸਦਾ ਸਲਾਹੀਐ, ਹਮੇਸ਼ਾ ਉਹਦੀ ਸਲਾਹਤਾ ਵਿੱਚ ਜੁੜੀਏ। ਉਹ ਪਰਿਪੂਰਨ ਪਰਮਾਤਮਾ ਕਰਤਾ ਕਰੇ ਸੋ ਹੋਈ, ਵਾਪਰਦਾ ਉਹ ਹੈ ਜੋ ਉਸ ਪਰਿਪੂਰਨ ਪਰਮਾਤਮਾ ਜੀਆਂ ਨੂੰ ਭਾਉਂਦਾ ਹੈ, ਵਾਪਰਦਾ ਉਹ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਗੁਰਦੇਵ ਮਹਾਰਾਜ ਜੀਆਂ ਦੇ ਅੱਜ ਦੇ ਪਾਵਨ ਪਵਿੱਤਰ ਬੋਲਾਂ ਦੀ, ਉਹਨਾਂ ਦੇ ਪਾਵਨ ਮੁਬਾਰਕ ਬਚਨਾਂ ਦੀ ਸਾਧ ਸੰਗਤ ਜੀਓ ਆਪ ਸੰਗਤ ਜੀ ਦੇ ਨਾਲ ਪਾਵਨ ਬਚਨ ਦੀ ਵਿਚਾਰ ਕੀਤੀ ਹੈ। ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਦੀਨ ਦਿਆਲ ਪਾਤਸ਼ਾਹ ਰਹਿਮਤ ਕਰਨ, ਅਮਿਆਂ ਦ੍ਰਿਸ਼ਟ ਸ਼ੁਭ ਕਰੈ, ਹਰੈ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਕ ਤੋਵੈ। ਉਹ ਪਰਿਪੂਰਨ ਪ੍ਰਮਾਤਮਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਸੀਸ ਤੇ ਆਪਣਾ ਮੁਕੱਦਸ ਮੇਰਾ ਭਰਿਆ ਹੱਥ ਰੱਖਣ, ਆਪਣੇ ਪਾਵਨ ਪਵਿੱਤਰ ਦੁਆਰੇ ਤੇ ਆਪਣੇ ਪਾਵਨ ਪਵਿੱਤਰ ਘਰ ਦੀ ਕਥਾ ਵਿਚਾਰ ਸ਼ਹਿਨਸ਼ਾਹ ਜੀ ਆਪ ਕਰਵਾਉਂਦੇ ਹਨ ਤੇ ਆਪ ਹੀ ਸਮਤ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਹਾਰੇ ਬਖਸ਼ ਲੈਂਦੇ ਹਨ। ਸਤਿਗੁਰੂ ਰਹਿਮਤ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।